ਅਸੀਂ ਗੁਰਬਾਣੀ ਦੇ ਵਿੱਚ ਸੁਣਦੇ ਹਾਂ, ਹੈਨ ਵਿਰਲੇ ਨਾਹੀ ਘਣੇ ਫੈਰ ਫੱਕੜ ਸੰਸਾਰ। ਇਹ ਆਦਿ ਕਾਲ ਤੋਂ ਹੀ ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਨੇ ਉਹ ਮੀਲ ਪੱਥਰ ਨੇ, ਉਹ ਪਰਬਤ ਦੀ ਤਰ੍ਹਾਂ ਅਡੋਲ ਨੇ। ਇੱਥੇ ਅਖਲਾਕ ਵਾਲੇ ਲੋਕਾਂ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਖੜੇ, ਜਿਹੜੇ ਅਖਲਾਕ ਹੋਣ ਕਰਕੇ ਉਹਨਾਂ ਨੇ ਆਪਣਾ ਧਰਮ ਨਹੀਂ ਦੇਖਿਆ, ਗੁਰੂ ਸਾਹਿਬ ਜੀ ਦਾ ਧਰਮ ਨਹੀਂ ਦੇਖਿਆ, ਸੱਚ ਤੇ ਸੱਚ ਦਾ ਮਾਰਗ ਦੇਖਿਆ। ਜਦੋਂ ਗੁਰੂ ਸਾਹਿਬ ਜੀ ਤੇ ਬਿਪਤਾ ਬਣੀ, ਅਨੰਦਪੁਰ ਸਾਹਿਬ ਦਾ ਕਿਲਾ ਛੁੱਟਾ, ਪਰਿਵਾਰ ਵਿਛੜ ਗਿਆ, ਚਮਕੌਰ ਦੀ ਗੜੀ 'ਚ 2 ਸਾਹਿਬਜ਼ਾਦੇ ਸ਼ਹੀਦ ਹੋਏ। ਉਸ ਤੋਂ ਬਾਅਦ ਇਹ ਮਾਛੀਵਾੜਾ ਉਦੋਂ ਜੰਗਲ ਸੀ, ਅੱਜ ਸ਼ਹਿਰ ਹੈ। ਅੱਜ ਵੀ ਇੱਥੇ ਜਦੋਂ ਮਨੁੱਖ ਆਉਂਦਾ ਹੈ ਉਦੋਂ ਉਹਦੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਕਿਉਂਕਿ ਸਾਡੀ ਹਿਸਟਰੀ ਦਾ ਅੰਗ ਹੈ ਮਾਛੀਵਾੜਾ ਸ਼ਬਦ। ਇੱਥੇ ਗੁਰੂ ਸਾਹਿਬ ਜੀ ਨੇ ਵਿਸ਼ਰਾਮ ਕੀਤਾ। ਉਸ ਸਮੇਂ ਭਾਈ ਗਨੀ ਖਾਂ ਤੇ ਨਮੀ ਖਾਂ 2 ਭਰਾ ਤੇ ਇੱਕ 10ਮ ਪਾਤਸ਼ਾਹ ਜੀ ਦੇ ਬਚਪਨ ਦਾ ਦੋਸਤ ਕਾਜੀ ਮੀਰ ਮੁਹੰਮਦ, ਇਹ ਲੋਕ ਸਨ ਜਿਹੜੇ ਇਸਲਾਮ ਨੂੰ ਬਿਲੋਂਗ ਕਰਦੇ ਸਨ, ਪਰ ਗੁਰੂ ਸਾਹਿਬ ਜੀ ਦੀ ਸਹਾਇਤਾ ਲਈ ਇਹਨਾਂ ਨੇ ਆਪਣੀ ਕੁਰਬਾਨੀ ਦਿੱਤੀ। ਉਸ ਸਮੇਂ ਵੀ ਸੂਬਾ ਸਰਹੰਦ ਤੇ ਔਰੰਗਜ਼ੇਬ ਦਾ ਰਾਜ ਸੀ। ਉਸ ਸਮੇਂ ਵੀ ਇਹ ਜਿਹੜੀ ਅਖਲਾਕ ਤੋਂ ਡਿੱਗੀਆਂ ਹਰਕਤਾਂ ਅੱਜ ਵੀ ਹੋ ਰਹੀਆਂ, ਉਸ ਸਮੇਂ ਵੀ ਹੁੰਦੀਆਂ ਸਨ। ਅਸੀਂ ਦੇਖਦੇ ਹਾਂ ਕਿ ਗਨੀ ਖਾਂ, ਨਬੀ ਖਾਂ ਤੇ ਕਾਜੀ ਮੀਰ ਮੁਹੰਮਦ ਨੇ ਗੁਰੂ ਸਾਹਿਬ ਜੀ ਦੀ ਇੱਥੇ ਜੋ ਸਹਾਇਤਾ ਕੀਤੀ ਅੱਗੇ ਪਹੁੰਚਾਉਣ 'ਚ, ਇਹੀ ਵਜ੍ਹਾ ਹੈ ਕਿ 10ਮ ਪਾਤਸ਼ਾਹ ਜੀ ਤੇ ਕੋਈ ਇਲਜ਼ਾਮ ਨਹੀਂ ਲਾ ਸਕਦਾ ਕਿ ਇਹ ਇਸਲਾਮ ਦੇ ਵਿਰੋਧੀ ਸਨ, ਇਹ ਮੁਸਲਮਾਨ ਦੇ ਵਿਰੋਧੀ ਸਨ। 10ਮ ਪਾਤਸ਼ਾਹ ਜ਼ੁਲਮ ਦੇ ਵਿਰੋਧੀ ਸਨ, ਜ਼ਾਲਮ ਦੇ ਵਿਰੋਧੀ ਸਨ, ਕਿਸੇ ਜਾਤ ਦੇ, ਕਿਸੇ ਧਰਮ ਦੇ ਵਿਰੋਧੀ ਨਹੀਂ ਸਨ। ਸਾਡੀ ਹਿਸਟਰੀ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਉੱਚ ਜਾਤੀਏ ਖੱਤਰੀ ਭਰਾ ਗੁਰੂ ਸਾਹਿਬ ਨਾਲ ਦੁਸ਼ਮਣੀ ਕਮਾ ਕੇ ਗਏ ਤੇ ਮੁਸਲਮਾਨਾਂ ਘਰ ਜੰਮੇ ਜਿਹੜੇ ਨੇ ਉਹ ਵਫਾ ਕਰਕੇ ਗਏ, ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਦਰਗਾਹ ਤੋਂ ਅਖਲਾਕ ਦਿੱਤਾ ਸੀ। ਅਖਲਾਕ ਦਰਗਾਹ ਦੀ ਦਾਤ ਹੈ। ਛੋਟੇ ਸਾਹਿਬਜ਼ਾਦੇ ਜਦੋਂ ਤੀਸਰੇ ਦਿਨ ਪੇਸ਼ ਹੋਏ, ਸੂਬੇ ਸਰਹੰਦ ਨੇ ਕਿਹਾ, ਕਰੋ ਜਿਬਾ ਇਨ ਮਾਰੋ ਜਾਨ, ਇਹਨਾਂ ਨੂੰ ਜਿਬਾ ਕਰਕੇ ਜਾਨੋਂ ਮਾਰੋ। ਤੋ ਉਸ ਸਮੇਂ ਉੱਥੇ ਨਵਾਬ ਮਲੇਰ ਕੋਟਲਾ ਬੈਠਾ ਸੀ, ਜਿਹਦੇ ਪਿਓ ਨੂੰ ਜਾਂ ਭਰਾ ਨੂੰ, ਵੱਡੇ ਨੂੰ 10ਮ ਪਾਤਸ਼ਾਹ ਨੇ ਆਪਣੀ ਹੱਥੀਂ ਕਤਲ ਕੀਤਾ ਸੀ ਚਮਕੌਰ ਦੀ ਗੜੀ 'ਚ। ਜਿਨ੍ਹਾਂ ਦਾ ਵੱਡਾ ਵਡੇਰਾ 10ਮ ਪਾਤਸ਼ਾਹ ਦੇ ਹੱਥੋਂ 1 ਹਫ਼ਤਾ ਪਹਿਲਾਂ ਮਰਿਆ ਹੋਵੇ, ਉਹ ਕਹਿੰਦੇ ਸ਼ੀਂਖੋਰ ਬੱਚੇ ਮਤ ਮਾਰੋ। ਇਹ ਹੈ ਅਖਲਾਕ, ਜਿਹਨੂੰ ਦੁਨੀਆ ਸਿਜਦਾ ਕਰਦੀ ਹੈ, ਜਿਹਨੂੰ ਦੁਨੀਆ ਪੂਜਦੀ ਹੈ। ਅਸੀਂ ਇੱਕ ਸ਼ਬਦ ਜਿਹੜਾ ਇਹ ਸ਼ੀਂਖੋਰ ਬੱਚੇ ਮਤ ਮਾਰੋ, ਇਹ ਹਾ ਦਾ ਨਾਰਾ, ਇਸ ਵਜ੍ਹਾ ਕਰਕੇ ਅੱਜ ਅਸੀਂ ਸਦੀਆਂ ਤੋਂ ਨਵਾਬ ਮਲੇਰ ਕੋਟਲਾ ਦਾ ਕਰਜ਼ਾ ਨਹੀਂ ਉਤਾਰ ਪਾਏ, ਨਾ ਉਤਾਰ ਪਾਵਾਂਗੇ। ਹਾਲਾਂਕਿ ਉਹ ਬਚਾ ਨਹੀਂ ਪਾਏ ਬੱਚਿਆਂ ਨੂੰ, ਪਰ ਅਖਲਾਕ ਦੀ ਵਜ੍ਹਾ ਨਾਲ ਉਹ ਪੂਜੇ ਜਾਂਦੇ ਨੇ। ਅਖਲਾਕ ਦੀ ਵਜ੍ਹਾ ਨਾਲ ਇਹ ਧਰਤੀ ਪੂਜੀ ਜਾਂਦੀ ਹੈ ਜਿੱਥੇ ਗਨੀ ਖਾਂ ਤੇ ਨਬੀ ਖਾਂ ਰਹੇ, ਆਪਣੀ ਜੀਵਨ ਬਤੀਤ ਕੀਤਾ। 10ਮ ਪਾਤਸ਼ਾਹ ਤੇ ਬੜਾ ਬਿਪਤਾ ਦਾ ਸਮਾਂ ਸੀ ਜਦੋਂ ਉਹਨਾਂ ਨੇ ਸਰਸਾ ਪਾਰ ਕੀਤੀ, ਪਰਿਵਾਰ ਵਿਛੜ ਗਿਆ, 40 ਸਿੱਖ ਸ਼ਹੀਦ ਹੋਏ। ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਇਸ ਮਾਛੀਵਾੜੇ 'ਚ ਆਏ। ਜਦੋਂ ਇਸ ਤੋਂ ਅੱਗੇ ਗਏ ਉਦੋਂ ਔਰੰਗਜ਼ੇਬ ਦੀ ਇੱਕ ਚਿੱਠੀ ਮਿਲੀ, ਇੱਕ ਕਾਜੀ ਦੇ ਹੱਥ ਆਈ। ਤਾਂ ਉਸ ਚਿੱਠੀ ਦੇ ਜਵਾਬ ਦੇ ਵਿੱਚ ਜਿਹੜਾ ਜਦ ਗੁਰੂ ਸਾਹਿਬ ਜੀ ਨੇ ਜੋ ਕੁਝ ਲਿਖਿਆ, ਉਸ ਨੂੰ ਅਸੀਂ ਜ਼ਫਰਨਾਮਾ ਕਹਿੰਦੇ ਹਾਂ, ਵਿਜੇ ਪੱਤਰ ਕਹਿੰਦੇ ਹਾਂ। ਔਰੰਗਜ਼ੇਬ ਨੇ ਇੱਕ ਗੁਟਕੇ ਦੇ ਆਕਾਰ ਦਾ ਕੁਰਾਨ ਸ਼ਰੀਫ ਸੀ। ਅੱਜ ਵੀ ਅਸੀਂ ਦੇਖਦੇ ਹਾਂ, ਸਾਡੀਆਂ ਪੋਥੀਆਂ ਹੋਣ, ਗੁਟਕੇ ਹੋਣ, ਇਹਨਾਂ ਦੇ ਅੱਗੇ ਤੇ ਪਿੱਛੇ 2-2 3-3 ਅੰਗ ਪਲੇਨ ਹੁੰਦੇ ਨੇ।
ਇਹ ਆਦਿ ਕਾਲ ਤੋਂ ਰਵਾਇਤ ਹੈ। ਹਰੇਕ ਧਰਮ ਦੀ ਪੋਥੀ ਦੇ ਅੱਗੇ ਇੱਕ ਇੱਕ ਦੋ ਦੋ ਪੰਨੇ ਪਲੇਨ ਹੁੰਦੇ ਸਨ। ਉਸ ਪਲੇਨ ਪੰਨੇ ਤੇ ਚਿੱਠੀ ਲਿਖ ਕੇ ਔਰੰਗਜ਼ੇਬ ਨੇ ਫਾਰਸੀ ਦੇ ਵਿੱਚ ਦਸਮ ਪਾਤਸ਼ਾਹ ਨੂੰ ਭੇਜੀ ਤੇ ਉਹ ਇੱਕ ਕਾਜੀ ਲੈ ਕੇ ਆਇਆ ਦੀਨਾ ਕਾਂਗੜ ਵਿੱਚ। तो गुरु साहब ने वो चिट्ठी पढ़ी। औरंगजेब ने ਉਹਦੇ ਵਿੱਚ लिखिया सी कि मैनू बड़ा दुख है, तुहाडे 4 साहिबजादे शहीद हो गए। मैं चाहुंदा हाँ कि तुहाडा मैं आनंदपुर दा इलाका वापस करा, तुहाडे नाल इंसाफ होवे, पर इहदे लई तुहानू एक अरबी घोड़ा मैनू नजराने वजों दे पेश करना पऊगा, नजराना देना पऊगा। इस लफज के इवज दे विच दसम पातशाह ने जो लिखा उन्होंने असी जफरनामा कहने। गुरु साहब ने कहा कि तेरी लिखी हुई चिट्ठी भी मिली कुरान शरीफ दी, कुरान शरीफ के अंग ते, जिहदा मतलब ये हुंदा है कि मैं कुरान शरीफ की सौं खा के गल करदा, ये मन्निया जांदा। ते काजी ने मैनू जबानी भी बहुत कुछ समझाया, तुहाडीआं गल्लां बातां दसियां। औरंगजेब जिसनों तू अल्लाह कहना है, मैं उस नर शेर अकाल पुरख नूं वाहिगुरू कहना हाँ। जिहड़े नर शेर अकाल पुरख सच्चे वाहिगुरू दे सेवक हुंदे ने, वो किसी नूं जुर्माना या नजराना नहीं देंदे। तू मैनूं कहना कि नजराने वजों एक अरबी घोड़ा पेश कर, ਤਾਂ मैं आनंदपुर का इलाका वापस करांगा पंजाब का। मैं तेनू चैलेंज करदा है कि तू इस धरती ते पैर रख के देख, मेरा खालसा तेरे पैरां थे इनकलाब दे चिंग्याड़े विछा दूगा। ये जफरनामा जदों लिखिया गुरु साहब ने, उन्होंने लिखा कि मैं जदों चमकौर की गढ़ी चों निकलिया, उस समय चिरागे जहां चों शुद्ध बुरका पोश, उदों जहान दा सूरज, जहान दा चिराग बुरका पा गया, पाप छुप गया। चिरागे जहां चो शुद्ध बुरका पोश, शाहे शब बरामद हमा जलवा जोश। उस तो बाद रात दा शहनशाह बड़े जलवे दे नाल चढ़ के आया, चंद्रमा। वो चाननी रात दे विच मैं ताड़ी मार के निकलिया चमकौर दी गढ़ी चों। उस मैदान दे विच सिर खिद्दुआं दी तरह पै सन ते लत्तां बाहां खूंडियां दी तरह पईयां सन। औरंगजेब चों जान सकदा है कि मेरे तां 40 सिख सन, वो लत्तां बाहां औरंगजेब मेरे तां सिर्फ 40 सिख सन, वो लत्तां ते बाहां ते खूंडियां दी तरह खिद्दुआं दी तरह पै सिर किहदे होणगे, इहदा तूं आप अंदाजा लगा ले। ये जफरनामे दे विच जिहड़ा है शेर लिखिया दसम पातशाह ने, ये शेर ते बहुत ज़्यादा स्टडी हुई इतिहासकारां दी। इसदी गवाही मिलती है कि जदों दसम पातशाह ने चमकौर की गढ़ी दे विच जदों साहिबजादे शहीद होए, तो वो दिन 17 मगर का बनता है, जदों रात का शहनशाह जलवे नाल चढ़ के आया। असीं सुधी ते वधी दो पक्ष मानते हाँ। चंद्रमा जदों 1 तो 2 तो 30 ते वधदा वधदा 15 दिन पूरे जोबन ते आ जाता है। उस तो बाद फिर थोड़ा थोड़ा घटदा घटदा खीर ते मस्या वाले दिन छुप जाता है। तो ये जड़ा पक्ष सी 17 मगर ते आके जड़ियां वहियां दे विच भी लिखिया होया भाई जैता जी बारे, बाबा जीवन सिंह पुत्र फलाने का, पोतरा फलाने का, चमकौर गांव में बैरियों के गैल सामे माथे जूझ के शहीद हुआ। बाबा अजीत सिंह, साहिबजादा अजीत सिंह पुत्र गोविंद सिंह का, पोतरा गुरु तेग बहादुर का, चमकौर गांव में बैरियों के गैल सामे माथे जूझ के शहीद हुआ। उत्थे 17 मगर का दिन लिखा उन्होंने। पर असी 3 पोह तो 13 बनाई तो कुछ इस तरह ही थोड़ा जा शहीदियां फर्क पै गया।
ज़्यादातर इतिहासकार ये मानते हैं कि जदों 1950 ਦੇ ਵਿੱਚ अंग्रेज़ों ने कैलेंडर 10 दिन अगे किया, उदों 3 ਤੋਂ 13 ਪੋਹ बनी। पर यह स्टडी ਦਾ विषा है, स्टडी का कोई शौक होगा साडे लीडरां नूं, ते अजे तक तो होया नहीं, ना करवाया किसी ने। असीं ये देखिया कि जिन्हां ने गुरु साहब जी दे नाल जिंदगी ते मौत की लड़ाई दे विच साथ दिता, वो अज अमर ने, उन्होंने दुनिया पूजती है। तो जदों तक ये धरती रहूगी, जदों तक सूरज ते चंद रहणगे, उदों तक इन्हां दे असीं नां लैंदे रहांगे। गनी खां, नबी खां, काजी मीर मुहम्मद, पीर बुद्धू शाह वर्गे मुसलमान भरावां दे, जिन्हां ने खालसे दे नाल पूरी तनदेही दे नाल साथ दिता सच दी लड़ाई दा। अज जिहड़ी ये लड़ाई, सच दी लड़ाई, जिहदे विच मुसलमान भरावां ने साडा साथ दिता, अज साडे पोलीटिकल लोग, फिरका प्रस्त लोग इस नूं मुसलमान ते सिख दी लड़ाई बना के पेश कर रहे हैं, ताकि साडा पोलीटिकल फायदा होवे। उहदे विच साडे सिख जिहड़े ने वो उन्हां दा साथ दे रहे हैं, सिर्फ पैसे लई, चार दमड़ियां लई, हिस्टरी नूं उल्टा के देख रहे हैं, जिते साडे गुरु साहिबान ते पवित्र इतिहास ते आंच आउंदी। इन्हां नूं बाज आउणा चाहीदा। कित्थे लोग सन गनी खां, नबी खां वर्गे, पीर बुद्धू शाह वर्गे राज भाग नूं लत्त मार के दसम पातशाह दे चरनां दे भौरे बने। कित्थे अज दसम पातशाह दी दित्ती हुई ये सरकार नूं चलाउण वास्ते आगू बने, जिहड़े वो साडी कौम नूं धोखा दे के ते अपनियां दुकानां ते अपने परिवार पाल रहे हैं। मैं कल एक इंटरव्यू सुनी कनेडा दे जगमनदीप सिंह दी, उसने दसिया जिहड़ा मनजिंदर सरसे दा रोल दिल्ली दे विच, मैं उदों बहुत दुहाई दित्ती कि एक 12 करोड़ रुपया दिता अमिताभ बच्चन ने, ये नहीं सी लेना चाहिए। NDTV इंडिया ते पैसे मंगे कोविड के नां ते, आखे जी असीं हॉस्पिटल बना रहे हैं कोविड लई, पर वो बंदा भी कल कह गया कि ड्रामा सी 15-20 बैड ला के ते फिल्मा के ते जाली डॉक्टर ते जाली डॉक्टरां दे सिस्टम ते दुनिया नूं लुट के गांह गया। वो कहता कल्ले कनेडा चों 1 मिलियन 8 पॉइंट भाव 18 लाख डॉलर कनेडियन होया, जिहड़ा मेरा एड्रैस ते मेरा दिता नंबर बैंक का अकाउंट नंबर जी च आया, वो चो कुछ पैसे ने दिल्ली मंगवाए, बाकी इत्थे एडजस्ट किए। इत्थे जिहड़े एडजस्ट किए, जिहड़े उत्थे बनाए जायदाद बनाई, वो भंग की खेती 700 एकड़ जमीन जिथे भंग बीजी जाती। फिर उन्हां दा धंधा इत्थे पैसे लियाउण च गुरुद्वारे की गोलक का इस्तेमाल करना। किड्डा खिलवाड़ आ साडी कौम दे नाल इन्हां लीडरां दा। अज सानू सुनना पै रहा है, मध्य प्रदेश के पत्रकार, महाराष्ट्र के पत्रकार, वो कहते सिखों को बोलना चाहिए कि सरसा क्या कर रहा है गुरुद्वारे में, सिखों को बोलना चाहिए इनके गुरुद्वारे की गोलक का क्या हाल है, ये कहाँ इस्तेमाल हो रही है। पर असीं हैरान हाँ साडे सिस्टम ते, जिहड़ा साडे सिस्टम ने साडे गुरु घर नूं बर्बाद किया। कित्थे सिलैक्शन तो असीं इलैक्शन ते आके फिर साडे जोड़ तोड़ ते साडियां हेरा फेरियां, अज तक जिहड़ी इलैक्शन होई साडी पंजाब दे विच भी कदी वोट नहीं बनी, ना बन दित्ती। 14 लाख लोकां दी किरपा दे नाल ये कमेटी दे राज कर रहे ने, ते 15 अरब तो वड्डा बजट जिहड़ा आप कहंदे ने। इसे तरह प्रबंधक कमेटी दिल्ली आ, उत्थे भी यही हाल है। 7-8 लाख सिख जिहड़ा रहिंदा दिल्ली च, पर 1 लाख वोटां दे नाल चुनी जाती कमेटी। असीं भी अवेसले हाँ, ते साडा नजायज़ फायदा उठाउण वाले भी। एक तो वोट परसेंटेज नहीं पोल हुंदी, एक मैं उस समय भी देख रहा सी कि पैसा कित्थों आया। चांदी के सिक्किਆਂ नूं गोल्ड रंग करके एक वोट नूं एक सिक्का दिता दिल्ली च।
ये इस तरह जी थोड़ी जी वोट पोल हुई उस तरह इन्होंने ये लिजा के ते गुरुद्वारे नूं लुट्टण लई किस तरह ये लालच दे के सिखां नूं गुरु घर के निज़ाम नूं विगाड़ रहे ने। मैं तुहानूं हथ जोड़ के बेनती करदा, बीबियां भैणां नूं माई भागो दी वंश बणो। माई भागो ने देखिया कि जदों गुरु दे सिख खाउण वाले बदावा लिख के दे गए, माई भागो चूड़ियां ते चकले वेलणे लैके गई उन्हां कोल कि तुसीं आ लो, तुहाडे काम यही है ने, होर तो तुहाडे काम रह नहीं गया। माई भागो ने पट्टी तो अपने जेठ ते दिओर लै, रिश्तेदार लै, अपने पिंड चौहाल तो अपने भरावां नूं नाल लिया ते एक जथा पूरा लैके खदराणे दी ढाब ते दसम पातशाह नूं जा मिली, जिथे वो सूरमिਆਂ ਦੀ तरह लड़ी ते गुरु साहब दे नाल दखण च गई। अज असीं जदों दसम पातशाह दे चरनां च जाने आ मत्था टेकण हजूर साहब, ते साडी इच्छा हुंदी है कि असीं दसम पातशाह दे चरनां च मत्था टेक के माई भागो दे चरनां च जाना। 200 किलोमीटर दूर बिदर उबड़ खुबड़ रस्तिਆਂ च उत्थे माई भागो ने कली कौम की सेवा नहीं की। वो जिहड़े मराठे भरा सी अपने शिवाजी दे 2 पोतरे उन्हां दी सहायता की। जदों गुरु साहब की किरपा नाल छुट के आए तो फिर डरन के सानू तो उस किले दे विच लै डुब्बणगे मुगल। माई भागो ने जथा लैके उन्हां दी सहायता की। उन्हां उसे वो सारा किला ही अज माई भागो दे नां ते है। ये माई भागो बन के उहदियां बच्चियां बन के तुसीं इस धर्म नूं बचाओ, गुरु गोबिंद सिंह जी की पवित्र सोच नूं बचाओ, उन्हां दे साहिबजादियां दी सोच नूं बचाओ जिन्हां ने सिर दे दिता सिदक नहीं दिता। जे खालसा धर्म ना साहिबजादे शहीद हुंदे ते साडा सानू धार्मिक आज़ादी नहीं सी मिलनी, साडे सिरां ते दस्तार नहीं सी होनी, साडी कौम नूं कौमी रुतबा नहीं सी मिलना। इन्हां दिनां च असीं पुन्न भी करदे आ, परोपकार भी करदे आ, पर एक कमिटमेंट नहीं जिहड़ी दसम पातशाह नाल होनी चाहिए। उस कमिटमेंट वाले पासे आईए। गुरु साहब जी की बाणी सानू दसां पातशाहियां ने ये जड़ा स्वरूप दिता सानू, ये दसम पातशाह ने नूं कहा कि मेरी आत्मा है। जदों गुरु साहब ज्योति जोत समाउण लगे नदेड़ दे विच, उदों सिखां ने कहा जी सच्चे पातशाह पाकी नाई पाक हुक्म होए जो खालसा मत्था कहाँ टेके। तो गुरु साहब का हुक्म सी कि मैं खालसा अकाल को सौंपा, जो खालसे की रहत बचारेगा तिसका बेली हाँ। गुरु साहब ने कहा कि असी दर्शन किदे करांगे। उन्हें कहा कि मेरी आत्मा ग्रंथ विच प्राण पंथ विच, प्राण पंथ तो भाव इकट्ठ नहीं या किसी का परिवार नहीं या प्रबंधक कमेटी नहीं, पंथ जिहड़ा गुरु साहब ने अकाल पुरख के हुक्म नाल साजिया 1699 ईस्वी नूं, पंथ वो है जिहदे लई गुरु साहब के बचन हैं गुरबर अकाल के हुक्म स्यों प्रगटे पंथ महान, ग्रंथ पंथ गुरमानिए तारे सगल कुलान। दसम पातशाह दे अपने बचन ने आज्ञा भई काल की तभी चलायो पंथ, सब सिखन को हुक्म है गुरु मान्यो ग्रंथ। ग्रंथ ते पंथ का सिद्धांत गुरु साहब ने बना के दिता। वो जड़ा पंथ आ वो शरीर, आत्मा ग्रंथ। गुरु साहब ने कहा मेरे जदों आत्मा के दर्शन करने होण ते दसां पातशाहियां दी आत्मा नूं पढ़िओ, मेरी आत्मा के दर्शन होणगे। जदों तुसीं मेरे शरीर के दर्शन करने होण तो पंजां चों करिओ। वो साध संगत जी 5 लभ लो, आल ओवर वर्ल्ड दे सिखो। मैं तुहानूं बेनती करदा 5 लभ लो। जे 5 अकाल तख्त ते आ जाणगे तो साडी कौम बच जाऊगी, प्रॉपर्टी बच जाऊगी, पैसा बच जाऊगा, साडी गुरबाणी बच जाऊगी, साडे सिद्धांत बच जाणगे, वरना साडे पल्ले कख नहीं रहना ना रहा। ਇਹਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ। ਤੁਸੀਂ ਮਤ ਦਾ ਦਾਨ ਦੇਣਾ ਜਿਹੜਾ ਸੋਚ ਸਮਝ ਕੇ ਦਿਓ। ਮਤ ਦਾ ਦਾਨ ਦੇ ਤੋਂ ਪਹਿਲਾਂ ਉਹ ਤੁਹਾਡੇ ਹੱਥ 'ਚ ਵੋਟ ਹੋਣੀ ਚਾਹੀਦੀ ਹੈ। ਉਹ ਵੋਟ ਪਹਿਲਾਂ ਬਣਵਾਓ। ਤੁਹਾਨੂੰ 3 ਮਹੀਨੇ ਮਿਲ ਗਏ, ਵੋਟ ਬਣਾਓ। ਜਿਹੜਾ ਤੁਹਾਨੂੰ ਚੰਗਾ ਲੱਗੇ ਸਿੱਖ ਜਿਹੜਾ ਗੁਰੂ ਆਸ਼ੇ ਅਨੁਸਾਰ ਜੀ ਦਾ ਜੀਵਨ ਹੋਵੇ ਉਸ ਨੂੰ ਵੋਟ ਪਾਓ, ਭਲੇਖੇ 'ਚ ਨਾ ਆਪ ਪਾਓ।
ਭੁਲੇਖੇ 'ਚ ਪੈ ਕੇ ਜਦੋਂ ਸਾਡੇ ਸਿਰਾਂ ਦੇ ਉੱਤੋਂ ਦੀ ਪਾਣੀ ਨਿਕਲ ਜਾਂਦਾ ਉਦੋਂ ਅਸੀਂ ਸੋਚਦੇ ਹਾਂ ਸਾਡੇ ਨਾਲ ਕੀ ਬਣਿਆ। ਅਸੀਂ ਉਦੋਂ ਰੌਲਾ ਪਾਉਂਦੇ ਰਹੇ ਕਿ ਇਹ ਸਰਸਾਹ ਧੋਖਾ ਦੇ ਰਿਹਾ, ਕਿਸਾਨਾਂ ਦੇ ਕੋਲ ਭੇਜ ਦਿੱਤਾ ਸਰਕਾਰ ਨੇ, ਲੰਗਰ ਲੈ ਕੇ ਜਾ। ਉਹ ਜਾਂਦੇ ਸੀ ਮਿਨਿਸਟਰ ਦੇ ਤੋਮਰ ਦੇ ਘਰ ਕਿਸਾਨ, ਤੇ ਸਰਸਾ ਰੋਟੀ ਬਣਾ ਲੈ ਕੇ ਤੇ ਪਿੱਛੇ ਪਿੱਛੇ ਹੁੰਦਾ ਸੀ, ਪ੍ਰਸ਼ਾਦਾ ਲੰਗਰ ਤੋਂ ਬਣਾਉਂਦਾ ਸੀ ਤੇ ਉਹਨਾਂ ਦੀ ਸੇਵਾ 'ਚ ਲੱਗ ਗਿਆ। ਫਿਰ ਇਹ ਜੀ ਮੈਂ ਫਲਾਣੇ ਦੀ ਜ਼ਮਾਨਤ ਕਰਾਈ, ਢੀਂਗੜੇ ਦੀ, ਤੇ ਉਸ ਬੰਦੇ ਨੇ ਉਹ ਕੰਮ ਕੀਤਾ ਜਿਹੜਾ ਅੱਜ ਕਿਸਾਨ ਜਿਹੜੇ ਦੱਸਣ ਜੋਗੇ ਨਹੀਂ ਰਹੇ। ਇੱਕ ਜਿਹੜਾ ਸਭ ਤੋਂ ਜਿਹੜਾ ਵੱਡਾ ਧੋਖਾ ਕੋਵਿਡ ਦਾ ਨਾਂ, ਕਿੰਨਾ ਸਿੱਖ ਮਰਿਆ, ਕਿੰਨੇ ਹਿੰਦੂ ਮਰੇ ਕੋਵਿਡ ਦੇ ਵਿੱਚ, ਕਿਤੇ ਸ਼ਮਸ਼ਾਨ ਘਾਟ 'ਚ ਥਾਂ ਨਹੀਂ ਸੀ ਅੱਗ ਬਾਲਣ ਨੂੰ, ਕਿਤੇ ਇਲਾਜ ਲਈ ਹਸਪੀਟਲ 'ਚ ਥਾਂ ਨਹੀਂ ਸੀ। ਉਹਨਾਂ ਦਿਨਾਂ 'ਚ ਕੌਮ ਨਾਲ ਧੋਖਾ ਕੀਤਾ। ਇੱਕ ਤੇ ਪੂਰੀ NDTV ਇੰਡੀਆ ਨੂੰ ਟੀਵੀ ਨੂੰ ਸਪਾਂਸਰਡ ਕੀਤਾ, 8% ਕਮਿਸ਼ਨ ਦੇ ਕੇ 8 ਕਰੋੜ ਉੱਥੋਂ ਇਕੱਠਾ ਕੀਤਾ, 11 ਕਰੋੜ ਕੱਲੇ ਕੈਨੇਡਾ ਤੋਂ ਆਇਆ, 12 ਕਰੋੜ ਅਮਿਤਾਭ ਬੱਚਨ ਨੇ ਦਿੱਤਾ, ਅਰਬ ਰੁਪਈਆ ਇਕੱਠਾ ਕਰਕੇ ਤੇ ਉਹ ਗਿਆ ਤੇ ਉਹ ਮੁੜ ਕੇ ਬਾਦਲਾਂ ਨੂੰ ਵੀ ਛੱਡ ਕੇ ਤੇ ਭਾਜਪਾ ਜਾ ਵੜਿਆ, ਮੈਨੂੰ ਕੋਈ ਹੱਥ ਨਾ ਪਾ ਸਕੇ। ਤੋ ਅਸੀਂ ਉਦੋਂ ਸੋਚਦੇ ਜਦੋਂ ਸਾਡੇ ਪੱਲੇ ਫੱਕਾ ਨਹੀਂ ਰਹਿੰਦਾ। ਅੱਜ ਅਸੀਂ ਇਹ ਨਹੀਂ ਦੱਸਣ ਜੋਗੇ ਕਿ ਸਾਡੀ ਏਡੀ ਵੱਡੀ ਸੰਸਥਾ ਦਾ ਆਗੂ ਕਿਹੜਾ। ਇਸ ਕਰਕੇ ਸਾਧ ਸੰਗਤ ਜੀ, ਇਹ ਵਿਸ਼ਾ ਜਿਹੜਾ ਸਿਰਫ ਇਹ ਨਹੀਂ ਕਿ ਤੁਸੀਂ ਮੱਥਾ ਟੇਕ ਲਓ, ਪੈਸੇ ਦਾਨ ਕਰਕੇ ਤੇ ਗੋਲਕ ਪਾ ਕੇ ਤੇ ਸੁਖਣਾ ਸੁੱਖ ਕੇ ਚਲੇ ਜਾਓ। ਇਹ ਸਾਨੂੰ ਜਿਹੜਾ ਨਿਜ਼ਾਮ ਦਿੱਤਾ ਗੁਰੂ ਸਾਹਿਬ ਨੇ, ਇਹਦੇ ਲਈ ਕੁਰਬਾਨੀਆਂ ਕੀਤੀਆਂ। ਇਹਦੇ ਲਈ ਬੱਚੀਆਂ ਬੀਬੀਆਂ ਨੇ ਟੋਟੇ ਗਲਾਂ 'ਚ ਪਵਾਏ ਬੱਚਿਆਂ ਦੇ, ਪੀਸੜੇ ਪੀਸੇ ਨੇ। ਇਹਦੇ ਲਈ ਬੰਦਾ ਸਿੰਘ ਬਹਾਦਰ ਵਰਗਿਆਂ ਦਾ ਕੀਮਾ ਹੋਇਆ, ਬੋਰੀ 'ਚ ਪਾਇਆ ਕੀਮਾ ਕਰਕੇ। ਇਤਿਹਾਸਕਾਰ ਲਿਖਦਾ, ਗੁਰਬੰਦਾ ਦਿੱਲੀ में मरियो, ਇਹ ਤੁਰਕਾਂ ਜਬ ਪ੍ਰਗਟ ਕਰਿਓ, ਸੁਣ ਕੇ ਤੁਰਕ ਸਭੀ ਖੁਸ਼ ਥੀਏ, ਘਰ ਘਰ ਬਾਲੇ ਘੀ ਕੇ ਦੀਏ, ਹਿੰਦੁਆਇਨ ਨੇ ਸ਼ੋਕ ਮਨਾਇਓ, ਸਿਆਣੇ ਸਿੰਘਨ ਨੀਰ ਬਹਾਇਓ। ਸਿਆਣੇ ਸਿੰਘ ਰੋਏ ਕਿ ਸਾਡੇ ਇਹਨਾਂ ਭਰਾਵਾਂ ਨੇ ਇਹਦੇ ਨਾਲ ਕੀ ਕੀਤਾ। ਉਹਦਾ ਕੀਮਾ ਕਰਵਾਤਾ, ਜਿਹਨੇ ਸੱਤ ਪੁਸ਼ਤਾਂ ਦੀ ਪਾਤਸ਼ਾਹੀ ਪਲਟ ਦਿੱਤੀ ਮੁਗਲਾਂ ਦੀ, ਜਿਹਨੇ ਸਾਹਿਬਜ਼ਾਦਿਆਂ ਦਾ ਤਕੜਾ ਵੈਰ ਲਿਆ। ਉਸ ਵਜੀਦ ਖਾਨ ਨੀਚ ਨੂੰ ਸਰਹੰਦ 'ਚ ਜਿਉਂਦੇ ਨੂੰ ਸਾੜਿਆ। ਉਹਦੇ ਨਾਲ ਵੀ ਅਸੀਂ ਧੋਖਾ ਕੀਤਾ। ਅਸੀਂ ਪਛਾਣਦੇ ਉਦੋਂ ਆ ਜਦੋਂ ਸਿਰਾਂ ਤੋਂ ਪਾਣੀ ਨਿਕਲ ਜਾਂਦਾ ਹੈ। ਤੋ ਸਾਧ ਸੰਗਤ ਜੀ, ਆਪਣੀ ਕੌਮ ਦੀ ਫਿਤਰਤ ਜਿਹੜੀ ਆ, ਆਪਣੀ ਕੌਮ ਦੀ ਤਸਵੀਰ ਜਿਹੜੀ, ਇਹਨੂੰ ਪਛਾਣੋ। ਦਸਮ ਪਾਤਸ਼ਾਹ ਦਾ ਇਤਿਹਾਸ ਪੜ੍ਹੋ, ਗੁਰਬਾਣੀ ਪੜ੍ਹੋ, ਸਾਨੂੰ ਕੋਈ ਧੋਖਾ ਨਹੀਂ ਦੇ ਪਾਊਗਾ। ਇਹ ਸਾਡੀ ਆਤਮਾ ਨੂੰ ਜਗਾਉਂਦੀ, ਮਰੀ ਹੋਈ ਆਤਮਾ ਜਿਹੜੀ ਉਹ ਚਲਦੀ ਫਿਰਦੀ ਕਬਰ ਆ। ਗੁਰੂ ਮਹਾਰਾਜ ਕਹਿੰਦੇ ਨੇ ਕਿ ਮਿਰਤਕ ਮੜਾ ਸਰੀਰ ਹੈ, ਸਭ ਜਗ ਜਤਨਾਮ ਨਾਮ ਨਹੀਂ ਬਸਿਆ। ਜੇ ਸਰੀਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ, ਉਹ ਮਿਰਤਕ ਦੀ ਮੜੀ ਹੈ। ਚਲਦੀ ਫਿਰਦੀ ਕਮਰ ਮਰੀ ਹੋਈ ਆਤਮਾ ਨੂੰ ਚੁੱਕੀ ਫਿਰਦੀ। ਇੱਕ ਦਫਾ ਗੁਰੂ ਸਾਹਿਬ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਤੇਰਾ ਸਮਾਂ ਆ ਗਿਆ, ਤੈਨੂੰ ਕਿਹੋ ਜਿਹਾ ਦਾਗ ਦਈਏ। ਮਰਦਾਨੇ ਨੇ ਕਿਹਾ, ਜੀ ਸੱਚੇ ਪਾਤਸ਼ਾਹ, ਮੈਂ ਆਪ ਜੀ ਨੂੰ ਆਪਣੀ ਦੇਹੀ ਦਾ ਸਾਖੀ ਜਾਤਾ, ਜਿਸ ਤਰ੍ਹਾਂ ਆਪ ਜੀ ਦਾ ਜੀ ਆਵੇ। ਫਿਰ ਗੁਰੂ ਸਾਹਿਬ ਨੇ ਉਹਦੀ ਪ੍ਰੀਖਿਆ ਲੈਣ ਲਈ ਕਿਹਾ, ਮਰਦਾਨਿਆ ਤੇਰੀ ਮੜੀ ਨਾ ਬਣਾ ਦਈਏ, ਬਾਅਦ ਵਿੱਚ ਲੋਕ ਤੈਨੂੰ ਮੱਥਾ ਟੇਕਿਆ ਕਰਨਗੇ, ਤੇਰੇ ਕੋਲ ਸੁੱਖਣਾ ਸੁੱਖਿਆ ਕਰਨਗੇ ਆ ਕੇ। ਤੋ ਮਰਦਾਨੇ ਦਾ ਜਵਾਬ ਸੀ, ਸੱਚੇ ਪਾਤਸ਼ਾਹ ਮੈਂ ਸਾਰੀ ਜ਼ਿੰਦਗੀ ਤੁਹਾਡੇ ਸ਼ਬਦ ਦੀ ਕਿਰਪਾ ਨਾਲ ਸ਼ਬਦ ਨੂੰ ਸੁਰਤ ਵਿੱਚ ਪਰੋ ਕੇ ਆਪਣੇ ਇਸ ਮੜੀ ਚੋਂ ਆਪਣੇ ਆਪ ਨੂੰ ਕੱਢਿਆ। ਹੁਣ ਮੈਨੂੰ ਸਰੀਰ ਦੀ ਮੜੀ ਚੋਂ ਕੱਢ ਕੇ ਪੱਥਰਾਂ ਦੀ ਮੜੀ 'ਚ ਕਿਉਂ ਪਾਉਂਦੇ ਹੋ। ਗੁਰੂ ਸਾਹਿਬ ਨੇ ਕਿਹਾ, ਤੂੰ ਬ੍ਰਹਮ ਪਛਾਤਾ, ਤੂੰ ਬ੍ਰਹਮ ਗਿਆਨੀ ਹੋਇਆ। ਮਾਰ ਰਾਵੀ ਦੇ ਦਰਿਆ ਦੇ ਕਿਨਾਰੇ ਚੌਂਕੜਾ, ਇਹਨਾਂ ਦਿਨਾਂ 'ਚ ਹੀ ਉਹਨਾਂ ਦਾ ਇੰਤਕਾਲ ਹੋਇਆ ਸੀ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਉਹਦਾ ਸੰਸਕਾਰ ਕੀਤਾ। ਇਹ ਸਾਡੀ ਸਰੀਰ ਦੀ ਮੜੀ 'ਚ ਮਰੀ ਹੋਈ ਆਤਮਾ ਪਈ ਰਹੇ ਤੇ ਚਲਦੀ ਫਿਰਦੀ ਕਮਰ ਹੈ। ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੇ ਸੁਖ। ਜਿਹੜੀ ਆਤਮਾ ਦਾ ਵਾਸਾ, ਮਰੀ ਹੋਈ ਆਤਮਾ ਦਾ ਵਾਸਾ ਕਬਰ ਦੇ ਵਿੱਚ, ਉਹ ਸੁਖੀ ਨਹੀਂ ਹੋ ਸਕਦਾ ਕਦੀ, ਉਹਨੂੰ ਜ਼ਿੰਦਗੀ ਦਾ ਇਹ ਲਾਹਾ ਨਹੀਂ ਮਿਲ ਸਕਦਾ। ਜਿਹੜੀ ਲਾਹਾ ਲਈ ਗੁਰੂ ਸਾਹਿਬ ਸਾਨੂੰ ਪ੍ਰੇਰਦੇ ਨੇ, ਇਹ ਗੋਬਿੰਦ ਮਿਲਣ ਕੀ ਇਹੀ ਤੇਰੀ ਬਰੀ ਆ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੀ ਤੇਰੀ ਬਰੀ ਆ। ਇਹ ਮਨੁੱਖਾ ਜਨਮ ਹੀ ਪ੍ਰਮਾਤਮਾ ਨੂੰ ਮਿਲਣ ਦਾ ਮੌਕਾ ਹੈ। 84 ਲੱਖ ਜੂਨਾਂ ਜਾ ਕੇ ਫਿਰ 42 ਲੱਖ ਤੇ ਇਕੱਲੇ ਸਮੁੰਦਰ 'ਚ ਹੀ ਨੇ।
42 ਲੱਖ ਧਰਤੀ ਤੇ ਆਕਾਸ਼ ਤੇ ਨੇ। ਫਿਰ ਜਦੋਂ ਉਸ ਗੇਟ 'ਚ ਪੈ ਜਾਂਦਾ ਫਿਰ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਵਾਲਾ ਨਰਕ ਭੋਗੀ ਦਾ ਹੈ। ਤੋ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੋ, ਆਪਣੇ ਆਪ ਨੂੰ ਸੰਭਾਲੋ। ਇਹੀ ਪ੍ਰਾਪਤੀ ਹੈ ਮਨੁੱਖਾ ਜਨਮ ਦੀ, ਹੋਰ ਕੋਈ ਪ੍ਰਾਪਤੀ ਨਹੀਂ। ਕੁਛ ਵੀ ਨਾਲ ਨਹੀਂ ਜਾਣਾ ਪ੍ਰਮਾਤਮਾ ਦੀ ਨਾਮ ਬਾਣੀ ਤੋਂ ਬਿਨਾ। ਪ੍ਰਮਾਤਮਾ ਕਿਰਪਾ ਕਰੇ। ਖੇੜਾ ਸਾਹਿਬ ਭਾਈ ਰਣਧੀਰ ਸਿੰਘ ਹੁਣੀ, ਹਰਪਾਲ ਸਿੰਘ ਹੁਣਾਂ ਨੇ ਉਦਮ ਕੀਤਾ, ਤੁਹਾਡਾ ਸਮਾਗਮ ਰਚਿਆ ਤੁਹਾਡੇ ਲਈ ਕਿ ਕੁਛ ਅਸੀਂ ਜਾਣਕਾਰੀ ਹਾਸਲ ਕਰ ਸਕੀਏ। ਮੈਂ ਆਪਣੇ ਵੱਲੋਂ ਤੁਹਾਨੂੰ ਹੱਥ ਜੋੜ ਕੇ ਫਿਰ ਬੇਨਤੀ ਕਰਦਾ, ਐਜ ਸਿੱਖ ਆਪਣੀ ਵੋਟ ਜ਼ਰੂਰ ਬਣਵਾਓ ਤੇ ਜ਼ਰੂਰ ਪਾਓ। ਸਾਡੀ ਗਿਣਤੀ, ਸਾਡੀ ਕੌਮ ਦੀ ਗਿਣਤੀ ਇਹਨਾਂ ਵੋਟਾਂ ਤੋਂ ਹੋਣੀ। ਸਾਡੇ ਲੀਡਰਾਂ ਨੇ 14 ਲੱਖ ਤੋਂ ਇਹ ਸਾਡੀਆਂ ਚਲਾਉਣ ਦੇ ਨੇ ਜਿਹੜੀਆਂ ਕਮੇਟੀਆਂ 14 ਲੱਖ ਨਾਲ ਬਣੀਆਂ। ਕੀ ਸਾਡੀ ਗਿਣਤੀ ਇੰਨੀ ਹੈ? ਆਪਣੀ ਗਿਣਤੀ ਦਾ ਵੇਰਵਾ ਦਿਓ ਲੋਕਾਂ ਨੂੰ, ਵਰਲਡ ਵਿੱਚ ਵਸਦੇ ਲੋਕਾਂ ਨੂੰ। ਇਹ ਦੱਸੋ ਸਾਡੀ ਸੰਸਥਾ ਕਿਹੜੀ ਸਰਕਾਰ ਆ। ਇਹ ਦੀਨ ਦੀ ਪਾਤਸ਼ਾਹੀ ਨੂੰ ਪ੍ਰਗਟ ਕਰੋ ਜਿੱਥੋਂ ਸਾਨੂੰ ਕੁਛ ਹਾਸਲ ਹੋ। ਸਾਡੇ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਮਿਲ ਸਕੇ ਫ੍ਰੀ, ਗਰੀਬ ਨੂੰ ਇਲਾਜ ਮਿਲ ਸਕੇ, ਤੁਹਾਨੂੰ ਕਮਰਾ ਮਿਲ ਸਕੇ, ਗੁਰੂ ਦੀਆਂ ਜ਼ਮੀਨਾਂ ਬਚ ਸਕਣ। ਇੱਕ 50,000 ਦੇ ਕਿੱਲੇ ਨਾਲ 50 ਲੱਖ ਦੇ ਕਿੱਲੇ ਨਾਲ 12 ਕਰੋੜ ਦੇ ਕਿੱਲੇ ਦਾ ਤਬਾਦਲਾ ਕਰਕੇ 12 ਕਰੋੜ ਡਕਾਰ ਰਹੇ ਨੇ ਸਾਡੇ ਲੀਡਰ। ਇਹਨਾਂ ਤੋਂ ਬਚੋ।